सत श्री अकाल। न्यूज़ 18 पंजाब हरियाणा हिमाचल देख रहे दर्शकों का स्वागत। मैं हां अर्शदीप संधू ते शुरुआत करते हैं अज दी सब तो वड्डी खबर दे नाल। चंडीगढ़ दे विच 32 किसान जथेबंदियां दी मीटिंग होण जा रही है। सियासतदानां दे नाल गलबात तो पहला किसानां दा अपना मंथन चल रहा है। 10 बजे किसान पहला अपनी मीटिंग कर रहे हैं, फिर 11 बजे सियासतदानां दे नाल मीटिंग की जाएगी। 36 सैक्टर दे विच मीटिंग हो रही है। किसानां दी कचहरी दे विच अज सियासतदान पेश होणगे। 3 पार्टियां दे प्रधान पेश होणगे। हालांकि वख-वख पार्टियां दे नुमाइंदे पेश होणगे, लेकिन 3 पार्टियां दे प्रधान खुद पेश होणगे। नवजोत सिंह सिद्धू कांग्रेस तो, सिमरजीत सिंह बैंस लोक इंसाफ पार्टी तो ते सुखदेव सिंह ढींडसा अकाली दल संयुक्त तो आप शामिल होणगे। अकाली दल ते आम आदमी पार्टी दा भी पैनल बनाया गया जो इस मीटिंग दे विच शामिल होएगा, हाज़री देगा, किसानां दे सवालां दे जवाब देगा। चोण प्रचार नूं लैके लगातार किसानां दे नाल गलबात दी कोशिश जिहड़ी है वो पार्टियां दे वल्लों चल रही सी ते हुण 32 किसान जथेबंदियां ने अपनी मीटिंग करके फैसला लिया कि सारे सियासतदानां नूं, सारियां सियासी पार्टियां नूं सदा दिता जावे ते उन्हां दे नुमाइंदियां दे नाल गलबात कीती जावे। बीजेपी नूं छड्ड के सारियां पार्टियां नूं सदा दिता गया है। देखो, किसान आगूआं नूं एक अकाली दल वालों चिट्ठी मिली सी भी असीं तुहानूं मिलना चाहुंदे आ जां जिहड़ियां हालात ने पंजाब दे विच जे रैलियां करन लग गए सी ਉਹਦੇ ਤੇ ਹਾਲਾਤ ਖਰਾਬ ਹੋ ਗਏ ਸੀ। ਮੋਗੇ 'ਚ ਲਾਠੀ ਚਾਰਜ ਵੀ ਹੋਇਆ ਸੀ। ਖਾਨੇਵਾਲ ਸਮਰਾਲੇ 2 ਜਗ੍ਹਾ ਇਹ ਗਏ ਸੀ ਅਕਾਲੀ ਦਲ ਵਾਲੇ, ਉੱਥੇ ਕਾਫੀ ਇਹਨਾਂ ਦਾ ਵਿਰੋਧ ਹੋਇਆ। ਉਹਦੇ ਨਾਲ ਉਹ ਪ੍ਰੈਜ਼ੈਂਟ ਕਰਨ ਲੱਗ ਗਏ ਸੀ ਵੀ ਇੱਥੇ ਕਿਤੇ ਰਾਸ਼ਟਰਪਤੀ ਰਾਜ ਲਾਗੂ ਹੋ ਜਾਊਗਾ। ਇਹ ਜਾਣ ਕੇ ਐਸਕੇਐਮ ਦੇ ਉੱਪਰ ਪਾਉਣਾ ਚਾਹੁੰਦੇ ਸੀ ਵੀ ਜੇ ਰਾਸ਼ਟਰਪਤੀ ਰਾਜ ਲਾਗੂ ਹੁੰਦਾ ਤੇ ਐਸਕੇਐਮ ਜ਼ਿੰਮੇਵਾਰ ਆ ਵੀ ਇਹ ਕਿਸਾਨ ਜਿਹੜੇ ਜਾਂ ਕੋਈ ਆਮ ਇਨਸਾਨ ਇਹਨਾਂ ਦਾ ਵਿਰੋਧ ਕਰ ਰਿਹਾ ਉਹ ਸਾਰਾ ਸਾਡੇ ਜ਼ਿੰਮੇ ਪਾ ਰਹੇ ਸੀ ਤੇ ਕਿਤੇ ਨਾ ਕਿਤੇ ਉਹ ਪੋਲੀਟੀਕਲ ਪਾਰਟੀਆਂ ਦੇ ਇੱਕ ਦੂਜੇ ਦੇ ਜ਼ਿੰਮੇ ਪਾ ਰਹੇ ਸੀਗੇ। ਉਹਦਾ ਇੱਕ ਮਸਲਾ ਹੱਲ ਕਰਨ ਵਾਸਤੇ ਐਸਕੇਐਮ ਨੇ ਆਪਣੀ ਜ਼ਿੰਮੇਵਾਰੀ ਸਮਝੀ। ਜ਼ਿੰਮੇਵਾਰੀ ਸਮਝ ਕੇ ਐਸਕੇਐਮ ਨੇ ਇੱਕ ਦਿਨ ਇਹਨਾਂ ਨੂੰ ਕੁਐਸਚਨ, ਇਹਨਾਂ ਦੇ ਆਨਸਰ, ਸਾਡੇ ਜਿਹੜੇ ਕੁਐਸਚਨ ਲੋਕਾਂ ਦੇ ਦਿਮਾਗ 'ਚ ਨੇ ਪਾਰਟੀਆਂ ਪ੍ਰਤੀ ਜਿਹੜੇ ਰਾਜ ਕਰ ਰਹੀਆਂ ਨੇ, ਜਿਹੜਿਆਂ ਨੇ ਰਾਜ ਕੀਤਾ ਹੋਇਆ ਜਾਂ ਰਾਜ ਕਰਨਾ ਚਾਹੁੰਦੀਆਂ ਨੇ, ਉਹਨਾਂ ਤਿੰਨਾਂ ਨੂੰ ਮਤਲਬ ਇਹ ਧਿਆਨ 'ਚ ਰੱਖ ਕੇ ਹੋਏ ਵੀ ਇਹ ਚੰਡੀਗੜ੍ਹ ਵਾਲੀ ਆਪਾਂ ਕੱਲ ਨੂੰ ਇਹਨਾਂ ਦੇ ਕੁਐਸਚਨ ਕਰਨਗੇ ਤੇ ਉਹਦੇ ਵਿੱਚ 32 ਜਥੇਬੰਦੀਆਂ ਆਪਣੇ ਪੰਜਾਬ ਦੀਆਂ ਜਿਹੜੀਆਂ ਐਸਕੇਐਮ ਦੇ ਇੱਕ ਵਿਭਿੰਨ ਖਾਸ ਇੱਕ ਪਾਰਟ ਨੇ ਐਸਕੇਐਮ ਦੀਆਂ, ਉਹ ਹਾਜ਼ਰ ਹੋਣਗੀਆਂ ਜਿਹੜੇ ਪੰਜਾਬ ਤੋਂ ਰਿਪਰੈਜ਼ੈਂਟ ਕਰਦੀਆਂ। ਡਾਕਟਰ ਦਰਸ਼ਨਪਾਲ ਜੀ ਸਾਡੇ ਲਖਨਊ ਗਏ ਨੇ ਪ੍ਰੋਗਰਾਮ ਦੇ ਅਕੋਰਡਿੰਗਲੀ। ਰਾਜੇਵਾਲ ਜੀ ਮਤਲਬ ਉੱਥੇ ਪਹੁੰਚਣਗੇ, ਬਾਕੀ ਸਾਰੇ ਪਹੁੰਚਣਗੇ। ਸਿਰਫ ਇੱਕ ਦਰਸ਼ਨਪਾਲ ਜੀ ਨੇ ਉਹ ਪ੍ਰੋਗਰਾਮ ਦੇ ਵਿੱਚ ਸੀ। ਉਹ ਲਖਨਊ ਸਾਡੀ ਰੈਲੀ ਚੱਲ ਰਹੀਆਂ ਨੇ, 2 ਦਿਨ ਦਾ ਕਨਵੈਨਸ਼ਨ ਆ, ਉੱਥੇ ਉਹ ਆਪਣੀ ਹਾਜ਼ਰੀ ਲਾਉਣਗੇ। ਉਹਨਾਂ ਦੇ ਜਿਹੜੇ ਪ੍ਰਤੀਨਿਧੀ ਨੇ ਉਹ ਜ਼ਰੂਰ ਪਹੁੰਚਣਗੇ। ਬੱਤੀਆਂ ਦੇ ਸਾਰੇ ਪ੍ਰਧਾਨ ਜਾਂ ਇੰਪੋਰਟੈਂਟ ਜਨਰਲ ਸੈਕਟਰੀ ਉੱਥੇ ਹੋਣਗੇ। ਜਿਹੜੀ ਸਾਡੀ ਅੱਜ ਮੀਟਿੰਗ ਹੋਈ ਸੀ 8 ਤਰੀਕ ਦੀ, ਉਹ 'ਚ ਫਾਈਨਲ ਹੋ ਚੁੱਕੀ ਆ ਤੇ 36 ਸੈਕਟਰ ਦੇ ਵਿੱਚ ਅਸੀਂ ਇੱਕ ਜਗ੍ਹਾ ਦੇਤੀ ਆ ਤੇ ਇਹਨਾਂ ਨੂੰ ਇੱਕ ਇਨਵੀਟੇਸ਼ਨ ਦੇਤਾ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਤੇ ਅਦਰ ਪੋਲੀਟੀਕਲ ਪਾਰਟੀਆਂ ਨੂੰ ਵੀ, ਈਵਨ ਆਪ ਨੂੰ ਛੱਡ ਕੇ ਅਸੀਂ ਵੈਦ ਸਾਹਿਬ ਨੂੰ ਵੀ ਜਾਂ ਹੋਰ ਜਿਹੜੇ ਅਸੈਂਬਲੀ 'ਚ ਹਾਜ਼ਰ ਨੇ ਉਹਨਾਂ ਨੂੰ ਵੀ, ਜਿਹੜੀਆਂ ਪੋਲੀਟੀਕਲ ਪਾਰਟੀਆਂ ਨਹੀਂ ਵੀ ਹਾਜ਼ਰ, ਜਿਹੜੀਆਂ ਲੜਦੀਆਂ ਰਹੀਆਂ ਪਿੱਛੇ, ਉਹਨਾਂ ਨੂੰ ਵੀ ਅਸੀਂ ਕੁਐਸਚਨ ਕਰਨ ਨੂੰ ਅਸੀਂ ਤਿਆਰ ਬੈਠੇ ਹਾਂ ਕਿਉਂਕਿ ਕਿਸਾਨਾਂ ਦੇ ਮਨ 'ਚ ਬਹੁਤ ਭੰਬਲ ਭੁੱਤਾ ਪੋਲੀਟੀਕਲ ਪਾਰਟੀਆਂ ਪਰ। ਤੇ ਇਸੇ ਖਬਰ ਤੇ ਹੋਰ ਗੱਲਬਾਤ ਦੇ ਲਈ, ਹੋਰ ਜਾਣਕਾਰੀ ਦੇ ਲਈ ਸਾਡੇ ਬਿਊਰੋ ਚੀਫ ਨਪਿੰਦਰ ਸਿੰਘ ਬਰਾੜ ਚੰਡੀਗੜ੍ਹ ਤੋਂ ਲਾਈਵ ਜੁੜੇ ਹੋਏ ਨੇ ਤੇ ਦੂਸਰੇ ਪਾਸੇ ਸਾਡੇ ਸੀਨੀਅਰ ਸਪੈਸ਼ਲ ਕੋਰੈਸਪੋਂਡੈਂਟ ਪੰਕਜ ਕਪਾਹੀ ਲਾਈਵ ਜੁੜੇ ਹੋਏ ਨੇ। ਨਪਿੰਦਰ, ਪਹਿਲਾਂ ਤੁਹਾਡੇ ਵੱਲ ਆਵਾਂਗੇ, ਕੀ ਕੁਝ ਤਸਵੀਰਾਂ ਨੇ ਇਸ ਵੇਲੇ ਦੀਆਂ ਕਿਉਂਕਿ ਕਿਸਾਨ ਪਹਿਲਾਂ ਆਪਣੀ ਮੀਟਿੰਗ ਕਰ ਰਹੇ ਨੇ? देखो, बिल्कुल किसानों ने पहला अपनी मीटिंग शुरू कर दी है। ज्यादातर 32 जथेबंदियों के विचों ज्यादातर नुमाइंदे अंदर पहुंच चुके हैं और मीटिंग शुरू हो चुकी है। 10 तो 11 मीटिंग रखी गई सी। इस मीटिंग के विच पहला रणनीति तैयार की जानी है कि अगे की रूपरेखा रहेगी, किस तरह की पोलीटिकल पार्टियों के नाल गलबात होएगी, की पोलीटिकल पार्टियां दे सारियां पार्टियां दे नुमाइंदियां नूं इकट्ठे बिठाए गलबात होनी है या वख-वख होनी है, कि पूरी रणनीति जिहड़ी है वो तैयार की जानी है। साडे नाल किसान आगू बूटा सिंह शांतिपुर मौजूद ने। बूटा सिंह जी, की तैयारी है, की रणनीति, क्योंकि पहला तुसीं आपदी मीटिंग कर रहे हो, हालांकि चलो तुसीं हले बाहर हो, तुहानूं असीं रोक लिया, तो किस तरह की तैयारी पहला की जानी है और किस तरह की अज 11 बजे जिहड़ी मीटिंग, बड़ी अहम मीटिंग होण निबड़न वाली है, ਉਹਦੇ ਵਿੱਚ ਗੱਲਬਾਤ ਹੋਏਗੀ? देखो, ਇਹਦੇ ਵਿੱਚ ਇਸ ਤਰ੍ਹਾਂ ਹੈ, ਅਸੀਂ ਅੱਜ ਜਿਹੜਾ ਆਪਣਾ 10ਵੇਂ ਮਹੀਨੇ 'ਚ ਚੱਲ ਰਿਹਾ ਅੰਦੋਲਨ ਹੈ, ਜਿਹੜਾ ਪਹਿਲਾਂ ਪੰਜਾਬ 'ਚ ਵੀ ਚੱਲਦਾ ਰਿਹਾ ਔਰ ਵਾਰ-ਵਾਰ ਆਪਾਂ ਇਹਨਾਂ ਨੂੰ ਇਹੀ ਰਾਜਸੀ ਪਾਰਟੀਆਂ ਨੂੰ ਅਪੀਲਾਂ ਕਰਦੇ ਰਹੇ ਵੀ ਤੁਸੀਂ ਆਪਣਾ ਰਾਜਸੀ ਸਿਸਟਮ ਸਾਰਾ ਬੰਦ ਕਰੋ। ਪਹਿਲਾਂ ਆਪਾਂ ਅੰਦੋਲਨ ਦੇ ਵਿੱਚ ਭੀੜ ਇਕੱਠੀ ਕਰੀਏ, ਅੰਦੋਲਨ ਨੂੰ ਜਿੱਤੀਏ, ਉਸ ਤੋਂ ਬਾਅਦ ਤੁਸੀਂ ਇੱਧਰ ਚੱਲੋ। ਲੇਕਿਨ ਇਹ ਚੱਲਦੇ ਰਹੇ
ਔਰ ਪਿੰਡਾਂ ਦੇ ਵਿੱਚ ਗੜਬੜਾ ਹੋਣੀਆਂ ਸ਼ੁਰੂ ਹੋ ਗਈਆਂ। ਅਸੀਂ ਇਹਨਾਂ ਨੂੰ ਫੇਰ ਅਪੀਲ ਕੀਤੀ, ਤੁਹਾਡੇ ਚੈਨਲ ਦੇ ਰਾਹੀਂ ਮੈਂ 2-3 ਕੀਤੀ ਹੈ ਵੀ ਇਹ ਜਿਹੜਾ ਆਪਣਾ ਰਾਜਸੀ ਪ੍ਰੋਗਰਾਮ ਹੈ ਸਾਰਾ ਉਹ ਬੰਦ ਕੀਤਾ ਜਾਵੇ। ਰਾਜਸੀ ਰੈਲੀਆਂ, ਰਾਜਸੀ ਮੀਟਿੰਗਾਂ ਉਹ ਸਾਰੀਆਂ ਬੰਦ ਕਰਕੇ ਪਹਿਲਾਂ ਅੰਦੋਲਨ ਨੂੰ ਮਜ਼ਬੂਤ ਕਰਕੇ ਉਹ 3 ਕਾਲੇ ਕਾਨੂੰਨ, MSP ਤੇ ਗਰੰਟੀ ਕਾਨੂੰਨ ਇਹ ਆਪਾਂ ਲੈ ਕੇ ਆਈਏ। ਉਸ ਤੋਂ ਬਾਅਦ ਅਗਲੇ ਬੰਨੇ ਆਪਾਂ ਹੋਈਏ। ਅਜੇ ਕਿਉਂਕਿ ਤੇ ਸਮਾਂ ਬਹੁਤ ਜ਼ਿਆਦਾ, ਅਜੇ ਅਨਾਉਂਸ ਹੀ ਨਹੀਂ ਹੋਈ। ਹਾਲੇ ਤਾਂ ਚੋਣ ਕਮਿਸ਼ਨ ਇਹ ਕਹਿ ਰਿਹਾ ਕਿ ਮੇਰੇ ਹੱਥ ਖੜੇ ਆ, ਸਾਡੇ ਕੋਲ ਪ੍ਰਬੰਧ ਹੀ ਹੈ ਨਹੀਂ ਗੇ, ਸਾਡੇ ਕੋਲ ਮਸ਼ੀਨਾਂ ਨਹੀਂ ਅਵੇਲੇਬਲ ਨਹੀਂ ਹੈਗੀਆਂ। ਇਸ ਕਰਕੇ ਸਾਨੂੰ ਇਹੀ ਇਹਨਾਂ ਨੂੰ ਹੀ ਬਾਰ-ਬਾਰ ਅਪੀਲਾਂ ਕਰਦੇ ਹਾਂ। ਲੇਕਿਨ ਫਿਰ ਵੀ ਰਾਜਸੀ ਪਾਰਟੀਆਂ ਪ੍ਰੋਗਰਾਮ ਆਪਣੇ ਪਿੰਡਾਂ ਚਲਾ ਰਹੀਆਂ ਸਨ। ਹੁਣ ਪਹਿਲੇ ਦਿਨ ਮੋਗੇ ਹੋ ਗਿਆ। ਇੱਕ ਮਿੰਟ ਸਿੰਘ, ਜਿਸ ਤਰ੍ਹਾਂ ਮੋਗੇ ਦੇ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ, ਕਿਤੇ ਨਾ ਕਿਤੇ ਮੈਂ ਪਹਿਲਾਂ ਵੀ ਬੋਲ ਕੇ ਹਟਿਆ, ਇਹ ਦੇਖੋ ਕਿਸਾਨ ਵੀ ਪੰਜਾਬੀ, ਮੁਲਾਜ਼ਮ ਵੀ ਪੰਜਾਬੀ, ਪੋਲੀਟੀਕਲ ਪਾਰਟੀਆਂ ਦੇ ਨਾਲ ਜੁੜੇ ਹੋਏ ਵੀ ਪੰਜਾਬੀ, ਤੇ ਸਾਰੇ ਦੇ ਸਾਰੇ ਕਿਸਾਨ ਪਰਿਵਾਰਾਂ ਨਾਲ ਜੁੜੇ ਹੋਏ ਨੇ, ਟੋਟਲੀ ਸਾਰੇ। ਇਸ ਤਰ੍ਹਾਂ ਦਾ ਮਾਹੌਲ ਪੈਦਾ ਹੋ ਗਿਆ ਕਿ ਆਪਸ ਦੇ ਵਿੱਚ ਹੀ ਕਲੇਸ਼ ਪੈਦਾ ਹੋ ਰਿਹਾ। ਇਹ ਤਾਂ ਬੜਾ ਖਤਰਨਾਕ ਤਸਵੀਰ ਪੇਸ਼ ਹੋ ਰਹੀ ਹੈ। ਮੈਂ ਇਹ ਮੋਗੇ ਵੀ ਇਹੀ ਬੋਲ ਕੇ ਆਇਆ ਸੀਗਾ ਵੀ ਜੇ ਕਰੇ ਪਿੰਡਾਂ ਵਿੱਚ ਵੜਨਗੇ ਤੇ ਉਹ ਸਾਡੇ ਭਰਾ ਨੇ, ਕਿਸਾਨ ਵੀ, ਮਜ਼ਦੂਰ ਵੀ, ਤੇ ਜਿਹੜੇ ਮੁਲਾਜ਼ਮ ਨੇ ਉਹ ਵੀ, ਤੇ ਤੁਸੀਂ ਵੀ ਸਾਡੇ ਹੋ, ਸਾਰੇ ਆਪਾਂ ਆਪਸ ਦੇ ਵਿੱਚ ਆ, ਤੇ ਉੱਥੇ ਸਾਡਾ ਆਪਸੀ ਟਕਰਾਅ ਹੋ ਜਾਂਦਾ ਹੈ। ਅਸੀਂ ਇਸੇ ਕਰਕੇ ਇਹਨਾਂ ਨੂੰ ਅਪੀਲਾਂ ਕਰਦੇ ਹਾਂ। ਤੁਹਾਡੇ ਕੋਲ ਵਾਪਸ ਆਉਣੇ ਆ। ਪੰਕਜ ਕਪਾਈ ਸਾਡੇ ਸੀਨੀਅਰ ਸਪੈਸ਼ਲ ਕੋਰੈਸਪੋਂਡੈਂਟ ਵੀ ਉਸੇ ਜਗ੍ਹਾ ਮੌਜੂਦ ਨੇ। 36 ਸੈਕਟਰ ਸਿਆਸੀ ਆਗੂ ਪਹੁੰਚਣੇ ਸ਼ੁਰੂ ਹੋਏ ਨੇ ਕਿ ਨਹੀਂ, ਜਾਣਕਾਰੀ ਲੈ ਲੈਣੇ ਆ। ਪੰਕਜ, ਕੀ ਕੁਝ ਤਸਵੀਰਾਂ ਨੇ ਇਸ ਸਮੇਂ ਦੀਆਂ? ਕਦ ਤੱਕ ਸਿਆਸੀ ਆਗੂ ਪਹੁੰਚਣੇ ਸ਼ੁਰੂ ਹੋ ਗਏ ਨੇ ਜਾਂ ਪਹੁੰਚਣਾ ਜਿਹੜਾ ਹੈ ਉਹ ਪਹੁੰਚ ਚੁੱਕੇ ਨੇ ਕਈ ਸਿਆਸੀ ਆਗੂ? ਕੀ ਕੁਝ ਤਸਵੀਰਾਂ ਨੇ? देखो 11 ਵਜੇ ਮੀਟਿੰਗ ਦਾ ਟਾਈਮ ਹੈ ਅਰਸ਼, ਔਰ ਕਰੀਬ 11:15 ਵਜੇ ਦੇ ਕਰੀਬ ਕਾਂਗਰਸ ਦੇ ਜਿਹੜੇ ਲੀਡਰ ਪਹੁੰਚਣਗੇ, ਨਵਜੋਤ ਸਿੰਘ ਸਿੱਧੂ ਹੋਣ, ਕੁਲਜੀਤ ਸਿੰਘ ਨਾਗਰਾ ਹੋਣ, ਪ੍ਰਗਟ ਸਿੰਘ ਹੋਣ। ਇਸੇ ਤਰੀਕੇ ਨਾਲ ਅਕਾਲੀ ਦਲ ਦਾ ਜਿਹੜਾ ਡੈਲੀਗੇਸ਼ਨ ਵੀ ਆਣਾ ਹੈ ਉਹ ਵੀ ਅਗਲੇ ਅੱਧੇ ਪੌਣੇ ਘੰਟੇ ਤੱਕ ਪਹੁੰਚੇਗਾ। ਇਸ ਵੇਲੇ ਕਿਸਾਨ ਲੀਡਰ ਮੀਟਿੰਗ ਕਰਨ ਜਾ ਰਹੇ ਨੇ, ਉਸ ਤੋਂ ਪਹਿਲਾਂ ਗੱਲਬਾਤ ਵੀ ਕਰ ਲੈਂਦੇ ਆ। ਹੁਣ ਕੀ ਪੰਜਾਬ 'ਚ ਹੋਏਗਾ ਕਿ ਵਿਧਾਨ ਸਭਾ ਦੀਆਂ ਚੋਣਾਂ ਨੇ, ਸਿਆਸੀ ਪਾਰਟੀਆਂ ਰੈਲੀਆਂ ਕਰ ਰਹੀਆਂ ਨੇ, ਔਰ ਨਾਰਾਜ਼ਗੀ ਕੁਝ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਲੈ ਕੇ ਵੀ ਹੈ। ਕਿਉਂ ਨਾਰਾਜ਼ਗੀ ਤੁਹਾਡੀ ਨਜ਼ਰ ਆ ਰਹੀ ਹੈ? ਪਿਛਲੇ ਦਿਨਾਂ 'ਚ ਗੁਰਨਾਮ ਸਿੰਘ ਚੜੂਨੀ ਹੋਰਾਂ ਦੀ ਵੀ ਸਟੇਟਮੈਂਟ ਆਈ, ਉਹ ਕਹਿ ਰਹੇ ਸੀਗੇ ਕਿ ਮੈਂ ਤਾਂ ਸੁਖਬੀਰ ਬਾਦਲ ਨੂੰ ਲੰਗਰ ਵਾਸਤੇ ਕਿਹਾ ਹੀ ਨਹੀਂ ਸੀਗਾ। ਦੇਖੋ ਗੱਲ ਇਦਾਂ, ਨਾਰਾਜ਼ਗੀ ਤਾਂ ਹਰੇਕ ਪਾਰਟੀਆਂ ਦੇ ਪ੍ਰਤੀ ਲੋਕਾਂ ਦੇ ਮਨ ਦੇ ਅੰਦਰ ਹੈ, ਕਿਉਂਕਿ ਜੋ ਵਾਅਦੇ ਕਰਦੇ, ਜਦੋਂ ਚੋਣ ਮੈਨੀਫੈਸਟੋ ਜਾਰੀ ਕਰਦੇ ਉਦੋਂ ਤੋਂ ਵੱਡੇ ਵੱਡੇ ਇਹ ਵਾਅਦੇ ਕਰ ਦਿੰਦੇ ਆ, ਪਰ ਜਦੋਂ ਸੱਤਾ ਦੇ ਵਿੱਚ ਆ ਜਾਂਦੇ ਫਿਰ ਉਹਨਾਂ ਵਾਅਦਿਆਂ ਤੋਂ ਮੁੱਕਰ ਜਾਂਦੇ ਆ। ਉਸੇ ਤਰ੍ਹਾਂ ਦੇ ਵਾਅਦੇ ਜਿਹੜੇ ਆ ਸਾਡੀ ਕਾਂਗਰਸ ਦੇ ਵਿੱਚ ਵੀ ਹੋਏ ਆ, ਅਕਾਲੀ ਦਲ ਦੇ ਵਿੱਚ ਵੀ ਹੋਏ ਆ, ਔਰ ਸਾਰੀਆਂ ਪਾਰਟੀਆਂ ਕਰਦੀਆਂ ਇਸੇ ਤਰ੍ਹਾਂ, ਧੋਖੇ ਦੇ ਵਿੱਚ ਆਮ ਲੋਕਾਂ ਨੂੰ ਰੱਖਦੀਆਂ ਆ। ਤੇ ਦੂਜੀ ਗੱਲ ਕਰ ਲਈਏ ਗੁਰਨਾਮ ਸਿੰਘ ਚੜੂਨੀ ਦੀ, ਉਹ ਇੱਕ ਇਹ ਵਿਵਾਦ ਛਿੜਿਆ ਹੋਇਆ ਕਿ ਉਹ ਸੁਖਬੀਰ ਸਿੰਘ ਬਾਦਲ ਇਹ ਗੱਲ ਕਹਿ ਰਿਹਾ ਕਿ ਇਹਨਾਂ ਨੇ ਮੈਨੂੰ ਚੜੂਨੀ ਸਾਹਿਬ ਨੇ ਫੋਨ ਕੀਤਾ, ਔਰ ਚੜੂਨੀ ਸਾਹਿਬ ਇਹ ਗੱਲ ਕਹਿ ਰਿਹਾ ਕਿ ਮੈਂ ਫੋਨ ਨਹੀਂ ਕੀਤਾ। ਚਲੋ ਇੱਕ ਗੱਲ ਮੰਨ ਲਈਏ ਕਿ ਚਲੋ ਜੋ ਸਾਡੇ ਇਹ ਲੰਗਰ ਹੈ, ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਜਿਹੜੀ ਆ ਸਾਡੀ, ਇਹ ਲੋਕਾਂ ਦਾ ਪੈਸਾ ਆ, ਉੱਥੇ ਚੜਾਵਾ ਚੜ੍ਹਦਾ ਆ। ਮੈਨੂੰ ਤਾਂ ਲੱਗਦਾ ਕਿਤੇ ਨਾ ਕਿਤੇ ਫੋਨ ਕਰਨ ਦੀ ਵੀ ਲੋੜ ਹੀ ਨਾ ਪਵੇ ਕਿਸੇ ਨੂੰ। ਤੁਹਾਡੀ ਗੁਰਨਾਮ ਹੋਰਾਂ ਨਾਲ ਗੱਲ ਹੋਈ, ਫੋਨ ਕੀਤਾ ਸੀ ਜਾਂ ਨਹੀਂ ਕੀਤਾ? ਨਹੀਂ ਕੀਤਾ, ਫੋਨ ਨਹੀਂ ਕਿਸੇ ਨੇ ਕੀਤਾ। ਇਸ ਗੱਲ ਦਾ ਤਾਂ ਪਤਾ ਆ, ਫੋਨ ਨਹੀਂ ਕੀਤਾ। ਫੋਨ ਕਿਉਂ ਕਰਨਾ? ਲੋਕ ਤਾਂ ਆਪਣੇ ਆਪ ਪਿੰਡਾਂ ਦੇ ਵਿੱਚੋਂ, ਸ਼ਹਿਰਾਂ ਦੇ ਵਿੱਚੋਂ ਲੰਗਰ ਲੈ ਕੇ ਆ ਜਾਂਦੇ ਜਿੱਥੇ ਅੱਜ ਐਜੀਟੇਸ਼ਨ ਹੁੰਦੀ ਹੈ। ਮੈਂ ਗੱਲ ਕਰਦਾ ਲੰਗਰਾਂ ਦੀ, ਸ਼੍ਰੋਮਣੀ ਕਮੇਟੀ ਨੂੰ ਤਾਂ ਆਪ ਹੀ ਚਾਹੀਦਾ ਕਿ ਜਿੱਥੇ ਐਜੀਟੇਸ਼ਨ ਸ਼ੁਰੂ ਹੁੰਦੀ ਹੈ ਉੱਥੇ ਲੰਗਰ ਲੈ ਕੇ ਚੱਲ ਜਾਣ, ਔਰ ਜਾਂਦੇ ਵੀ ਆ। ਪਹਿਲਾਂ ਸਿਆਸੀ ਪਾਰਟੀਆਂ ਨੂੰ ਕਿਉਂ ਕਿ ਪ੍ਰਚਾਰ ਨਾ ਕੀਤਾ ਜਾਵੇ, ਰੈਲੀਆਂ ਨਾ ਕੀਤੀਆਂ ਜਾਣ ਜਦੋਂ ਤੱਕ ਅੰਦੋਲਨ ਚੱਲ ਰਿਹਾ? ਦੇਖੋ ਸਾਡਾ ਤਾਂ ਇਹੀ ਸੀਗਾ ਵਿਚਾਰ ਕਿ ਜਿੰਨਾ ਚਿਰ ਚੋਣ ਕਮਿਸ਼ਨ ਚੋਣ ਦੀ ਤਰੀਕ ਦਾ ਐਲਾਨ ਨਹੀਂ ਕਰਦਾ, ਉਹਨਾਂ ਚਿਰ ਰਾਜਨੀਤਿਕ ਪਾਰਟੀਆਂ ਜਿਹੜੀ ਆ ਰੈਲੀਆਂ ਨਾ ਕਰਨ, ਕਿਉਂਕਿ ਇਹਦਾ ਬਹੁਤ ਵੱਡਾ ਇਫੈਕਟ ਸਾਡੇ ਕਿਸਾਨ ਅੰਦੋਲਨ ਤੇ ਪੈ ਰਿਹਾ ਆ। ਕਿਉਂਕਿ ਸਮਾਂ ਹਾਲੇ ਕਾਫੀ ਆ। ਇਸ ਤੋਂ ਪਿਛਲੇ ਸਮੇਂ ਦੇ ਵਿੱਚ ਦੇਖੀਏ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ 2 ਮਹੀਨੇ ਪਹਿਲਾਂ ਆਪਣੀ ਜਿਹੜੀ ਆ ਕੰਪੇਨ ਚਲਾਉਂਦੀਆਂ ਹੁੰਦੀਆਂ ਸੀਗੀਆਂ, ਇਹ ਰੈਲੀਆਂ ਕਰਦੀਆਂ ਹੁੰਦੀਆਂ ਸੀ। ਅੱਜ ਪਤਾ ਨਹੀਂ ਇਹਨਾਂ ਨੂੰ ਕੀ ਡਰ ਪੈ ਗਿਆ ਕਿ ਇਹ 6 ਮਹੀਨੇ ਪਹਿਲਾਂ ਹੀ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਵੱਡੀਆਂ ਰੈਲੀਆਂ ਕਰਨ ਲੱਗ ਪਏ। ਇਸੇ ਤਰ੍ਹਾਂ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ 100 ਰੈਲੀ ਦਾ ਐਲਾਨ ਕਰ ਦਿੱਤਾ। ਪਰ ਅੰਦੋਲਨ ਜਿਹੜਾ ਅੱਜ ਤੁਰਿਆ ਹੋਇਆ ਆ, ਅੰਦੋਲਨ ਤਾਂ ਕਿਸੇ ਸਿਰੇ ਕੰਢੇ ਲੱਗਾ ਨਹੀਂ, ਤੇ ਅਸੀਂ ਰੈਲੀਆਂ ਜਿਹੜੀਆਂ 100 ਪਹਿਲਾਂ ਹੀ ਮਿੱਥ ਦਿੱਤੀਆਂ। ਲੋਕਾਂ ਦੇ ਵਿੱਚ ਅੰਦਰ ਗੁੱਸਾ ਸੀ, ਨਾਰਾਜ਼ਗੀ ਸੀ, ਔਰ ਉਹ ਉਸ ਤਰ੍ਹਾਂ ਨੂੰ ਲੈ ਕੇ ਤੁਸੀਂ ਜੁੜੇ ਰਹਿਣਾ। ਰੋਹਿਤ ਬੰਸਲ ਸਾਡੇ ਸਹਿਯੋਗੀ ਵੀ ਲਾਈਵ ਜੁੜੇ ਹੋਏ ਨੇ। ਰੋਹਿਤ, ਤੁਹਾਡੇ ਵੱਲ ਆਵਾਂਗੇ। ਸਿਆਸੀ ਆਗੂ ਕਦ ਤੱਕ ਇਸ 36 ਸੈਕਟਰ ਦੇ ਵਿੱਚ ਜਿਹੜੀ ਮੀਟਿੰਗ ਹੋਣੀ ਹੈ ਉਸ ਦੇ ਲਈ ਜਾ ਰਹੇ ਨੇ, ਤੇ ਕੀ ਕੁਝ ਲੱਗਦਾ ਹੈ ਕਿ ਸਿਆਸੀ ਆਗੂ ਵੀ ਪਹਿਲਾਂ ਆਪਣੀ ਕੋਈ ਰਣਨੀਤੀ ਬਣਾ ਰਹੇ ਨੇ ਕਿ ਕਿਹੜੀਆਂ ਗੱਲਾਂ ਉਹ ਉੱਥੇ ਰੱਖਣਗੇ? ਕਿਉਂਕਿ ਕਿਸਾਨ ਤਾਂ ਪਹਿਲਾਂ ਆਪਣਾ ਮੰਥਨ ਕਰ ਰਹੇ ਨੇ, ਆਪਣੀ ਮੀਟਿੰਗ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਮੀਟਿੰਗ ਹੋਏਗੀ ਜਾਂ ਕੀ ਗੱਲਾਂ ਰੱਖੀਆਂ ਜਾਣਗੀਆਂ। ਰੋਹਿਤ,
ਜੀ ਬਿਲਕੁਲ ਅਰਸ਼, ਜੇਕਰ ਗੱਲ ਕਰੀਏ ਤਾਂ ਪਹਿਲਾਂ ਜਦੋਂ ਅਮਰੀਕਾ ਦੇ ਵਿੱਚ ਚੋਣਾਂ ਹੁੰਦੀਆਂ ਸੀ ਤਾਂ ਅਕਸਰ ਦੇਖਦੇ ਸੀ ਕਿ ਬਹੁਤ ਵੱਡੀਆਂ ਡਿਸਕਸ਼ਨਾਂ ਸੀ ਜਿਹੜੀਆਂ ਉਹ ਉਮੀਦਵਾਰਾਂ ਦੇ ਵਿਚਕਾਰ ਕਈਆਂ ਜਾਂਦੀਆਂ ਸੀ। ਪਰ ਅੱਜ ਸ਼ਾਇਦ ਪੰਜਾਬ ਦੇ ਇਤਿਹਾਸ ਵਿੱਚ ਮੈਂ ਕਹੂੰਗਾ ਕਿ ਪਹਿਲੀ ਵਾਰ ਹੋਣ ਜਾ ਰਿਹਾ ਕਿ ਜਦੋਂ ਰਾਜਨੀਤਿਕ ਪਾਰਟੀਆਂ ਨੂੰ ਕਿਸੇ ਆਪਾਂ ਕਹ ਲਈਏ ਸੰਗਠਨ ਦੇ ਵੱਲੋਂ ਜਾਂ ਕੁਝ ਵਿਅਕਤੀ ਵਿਸ਼ੇਸ਼ਾਂ ਦੇ ਵੱਲੋਂ ਤਲਬ ਕੀਤਾ ਗਿਆ ਹੋਵੇ ਉਹਨਾਂ ਦਾ ਲੇਖਾ ਜੋਖਾ ਲੈਣ ਦੇ ਲਈ। ਇੱਕ ਟਾਈਮ ਪੰਜਾਬ ਦੇ ਵਿੱਚ ਅਜਿਹਾ ਹੁੰਦਾ ਸੀ ਕਿ ਜਦੋਂ ਲੀਡਰ ਦੇ ਸਾਹਮਣੇ ਕੋਈ ਬੋਲਣ ਤੋਂ ਡਰਦਾ ਸੀ, ਪਰ ਅੱਜ ਪੰਜਾਬ ਦੇ ਵਿੱਚ ਇੱਕ ਹੌਸਲਾ ਜ਼ਰੂਰ ਆਇਆ ਕਿ ਉਹ ਲੋਕਾਂ ਤੋਂ ਸਵਾਲ ਕਰ ਸਕੇ। ਸੋ ਇਸ ਵਕਤ ਮੇਰੇ ਨਾਲ ਕੁਲਤਾਰ ਸੰਧਵਾ ਜੀ ਨੇ ਔਰ ਵੱਖ-ਵੱਖ ਪਾਰਟੀਆਂ ਨੂੰ ਵੱਖ-ਵੱਖ ਸਮਾਂ ਦਿੱਤਾ ਗਿਆ ਹੈਗਾ। ਆਮ ਆਦਮੀ ਪਾਰਟੀ ਦਾ ਜਿਹੜਾ ਸਮਾਂ ਉਹ 12:30 ਤੋਂ 1 ਵਜੇ ਦਾ ਸਮਾਂ ਹੈ, ਜਦੋਂ ਇਹਨਾਂ ਤੋਂ ਵੀ ਜਵਾਬ ਤਲਬੀ ਕੀਤੀ ਜਾਏਗੀ। ਕੁਲਤਾਰ ਜੀ ਮੇਰੇ ਨਾਲ ਨੇ। ਕੁਲਤਾਰ ਜੀ, 4.5 ਸਾਲ ਹੋ ਗਏ ਐਮਐਲਏ ਬਣਿਆ ਨੂੰ, ਅੱਜ ਜਵਾਬ ਤਲਬੀ ਦਾ ਮੌਕਾ ਆ ਗਿਆ ਹੈਗਾ, ਤਿਆਰ ਹੋ? ਇਹ ਤਾਂ ਚੰਗੀ ਗੱਲ ਹੈ। ਦੇਖੋ, ਇਹਦੇ ਨਾਲ ਇੱਕ ਬੜੀ ਵੱਡੀ ਆਸ ਵੱਜਦੀ ਆ, ਕਿਉਂਕਿ ਆਪਾਂ ਤਾਂ ਸਿੱਧੇ ਪਿੰਡਾਂ ਵਾਲੇ ਬੰਦੇ ਆ। ਸਾਨੂੰ ਇਹ ਪਤਾ ਵੀ ਪਿੰਡ 'ਚ ਉਹ ਘਰ ਤਰੱਕੀ ਕਰਦਾ ਜਿਹਦੇ ਮਾਂ-ਬਾਪ, ਜਿਹੜੇ ਘਰ ਦੇ ਮਾਂ-ਬਾਪ ਜਾਂ ਬਜ਼ੁਰਗ ਆਪਦੇ ਬੱਚਿਆਂ ਨੂੰ ਪੁੱਛਦੇ ਭਾਈ ਤੂੰ ਲੇਟ ਕਿਉਂ ਆਇਆ, ਉਹ ਘਰ ਤਰੱਕੀ ਕਰਦਾ ਹੀ ਕਰਦਾ। ਤੇ ਜਿਹੜੇ ਕੋਈ ਪਰਵਾਹ ਨਹੀਂ ਕਰਦੇ, ਕੋਈ ਜਵਾਕ ਕਿੱਥੇ ਤੁਰਿਆ ਫਿਰਦਾ, ਉਹ ਫਿਰ ਚਿੱਟਾ ਚੁੱਟਾ ਖਾਣ ਲੱਗੇ, ਚਿੱਟਾ ਵੇਚਣ ਲੱਗ ਪੈਂਦੇ। ਸੋ ਜੇ ਸਾਡੇ ਪੰਜਾਬੀ ਆਪਦੇ ਨੇਤਾਵਾਂ ਨੂੰ ਇਹ ਪੁੱਛਣਗੇ ਜਿਨ੍ਹਾਂ ਦੀ ਡਿਊਟੀ ਲਾਈ ਹੈ ਇਹਨਾਂ ਨੇ ਸੇਵਾ ਤੇ, ਵੀ ਭਾਈ ਜਿਹੜੀ ਤੁਹਾਡੀ ਡਿਊਟੀ ਲਾਈ ਸੀ ਤੁਸੀਂ ਕੀ ਕੀਤਾ ਉਹਦੇ 'ਚ, ਤੇ ਮੇਰਾ ਖਿਆਲ ਆ ਵੀ ਇਹਦੇ ਨਾਲ ਇੱਕ ਚੰਗੀ ਸ਼ੁਰੂਆਤ ਹੋਏਗੀ। ਔਰ ਜਿਹੜੇ ਜਿਨ੍ਹਾਂ ਦੀ ਡਿਊਟੀ ਲੱਗੀ ਹੈ, ਕੋਈ ਐਮਐਲਏ ਬਣਿਆ, ਐਮਪੀ ਬਣਿਆ, ਮੰਤਰੀ ਬਣੇ ਨੇ, ਉਹ ਫਿਰ ਆਪਦੀ ਕਾਰਗੁਜ਼ਾਰੀ ਨੂੰ ਸੁਧਾਰਨਗੇ, ਪੰਜਾਬ ਦੇ ਹੱਕ ਦੇ ਵਿੱਚ ਆਪਦਾ ਕੰਮਕਾਰ ਕਰਨਗੇ। ਸੋ ਇਹ ਚੰਗੀ ਗੱਲ ਹੈ, ਮੈਂ ਬਹੁਤ ਖੁਸ਼ ਹਾਂ ਇਸ ਗੱਲ ਤੋਂ। ਅੱਜ ਜਿਹੜੇ ਸਵਾਲ ਜਵਾਬ ਹੋਣੇ ਆ ਖੇਤੀ ਕਾਨੂੰਨਾਂ ਨੂੰ ਲੈ ਕੇ ਹੋਣੇ ਆ, ਕਿਸਾਨ ਲੀਡਰ ਬਾਅਦ ਚ ਪੁੱਛਣਗੇ, ਪਹਿਲਾਂ ਥੋੜੇ ਜਿਹੇ ਸਵਾਲ ਅਸੀਂ ਪੁੱਛ ਲੈਂਦੇ ਆ ਕਿ ਜੇਕਰ ਆਮ ਆਦਮੀ ਪਾਰਟੀ ਦਾ ਹੁਣ ਤੱਕ ਸਟੈਂਡ ਖੇਤੀ ਕਾਨੂੰਨਾਂ ਨੂੰ ਲੈ ਕੇ ਸਪਸ਼ਟ ਰਹੇਗਾ ਕਿ ਜੀ ਵਿਰੁੱਧ ਚ ਚੱਲੇ ਹੋਗੇ ਹਨਾ, ਪਰ ਇੱਕ ਸਵਾਲ ਬਾਰ-ਬਾਰ ਰੜਕਦਾ, ਮੀਡੀਆ ਦੇ ਵਿੱਚ ਵੀ ਰੜਕਦਾ, ਕਿਸਾਨਾਂ ਦੇ ਵਿੱਚ ਵੀ ਰੜਕਦਾ ਕਿ ਦਿੱਲੀ ਦੇ ਵਿੱਚ ਜੀ ਇੱਕ ਕਾਨੂੰਨ ਪਾਸ ਕਰਤਾ ਇਹਨਾਂ ਨੇ, ਉਸ ਦਾ ਕੀ ਜਵਾਬ ਅੱਜ ਆਮ ਆਦਮੀ ਪਾਰਟੀ ਮੀਡੀਆ ਦੇ ਸਾਹਮਣੇ ਦੇਣਾ ਚਾਹੇਗੀ, ਕਿਉਂਕਿ ਉਸ ਮੀਟਿੰਗ ਦੇ ਵਿੱਚ ਵੀ ਇਹ ਸਵਾਲ ਪੱਕਾ ਹੋਣਾ ਹੈਗਾ। ਤੇ ਫਿਰ ਆਪਾਂ ਉਸ ਮੀਟਿੰਗ 'ਚ ਜਵਾਬ ਦੇਵਾਂਗੇ ਨਾ ਜੀ। ਪਰ ਪਹਿਲਾਂ ਉਹ ਵੀ ਲੋਕ ਨੇ, ਇਹ ਵੀ ਲੋਕਾਂ ਦੇ ਕੋਲ ਹੀ ਜਾ ਰਹੀ ਹੈ। ਨਹੀਂ, ਮੈਂ ਉਹਨਾਂ ਨੂੰ ਵੱਧ ਇੱਜ਼ਤ ਦੇਣੀ ਚਾਹੁੰਦਾ ਜੀ। ਵੈਸੇ ਤਾਂ ਮੀਡੀਆ ਰੋਹਿਤ, ਇੱਕ ਸਵਾਲ ਇਹ ਵੀ ਪੁੱਛੋ ਕਿ ਕੀ ਲੱਗਦਾ ਹੈ ਸਿਆਸਤ ਕੁਝ ਬਦਲਦੀ ਨਜ਼ਰ ਆ ਰਹੀ ਹੈ, ਕਿਉਂਕਿ ਪਹਿਲਾਂ ਅਕਸਰ ਇਹ ਹੁੰਦਾ ਸੀ ਕਿ ਸਰਕਾਰ ਸੀ ਜਿਹੜੀ ਜਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਸੀ ਉਹ ਦਾਅਵੇ ਕਰਦੀਆਂ ਸੀ ਕਿ ਅਸੀਂ ਇਹ ਜਿਹੜੇ ਵਾਅਦੇ ਨੇ ਪੂਰੇ ਕੀਤੇ ਨੇ, ਜਾਂ ਇਹ ਅਸੀਂ ਵਾਅਦੇ ਕਰਦੇ ਹਾਂ ਤੁਹਾਡੇ ਨਾਲ, ਇਹ ਅਸੀਂ ਜਿਹੜੇ ਨੇਪਰੇ ਚਾੜਾਂਗੇ। ਲੇਕਿਨ ਹੁਣ ਜਿਸ ਕਿਸਮ ਦੇ ਸਵਾਲ ਜਵਾਬ ਅਸੀਂ ਦੇਖ ਰਹੇ ਹਾਂ, ਚਾਹੇ ਉਹ ਲੋਕ ਲੀਡਰਾਂ ਨੂੰ ਘੇਰ ਕੇ ਪੁੱਛ ਰਹੇ ਹੋਣ ਕਿ ਤੁਸੀਂ 4.5 ਸਾਲ ਕਿੱਥੇ ਸੀ, ਤੁਸੀਂ ਆਹ ਕੰਮ, ਤੁਸੀਂ ਇਹ ਵਾਅਦਾ ਕੀਤਾ ਸੀ, ਇਹ ਨਹੀਂ ਜਿਹੜਾ ਪੂਰਾ ਕੀਤਾ, ਤਾਂ ਕੀ ਲੱਗਦਾ ਹੈ ਕੋਈ ਸਿਆਸਤ ਬਦਲਦੀ ਨਜ਼ਰ ਆ ਰਹੀ ਹੈ? ਇਸ ਗੱਲ ਨੂੰ ਚੱਕਿਆ ਤਾਂ ਉਹ ਆਮ ਆਦਮੀ ਪਾਰਟੀ ਹੈ। ਜੇ ਦਿੱਲੀ, ਜੇ ਕਿਸੇ ਮੁੱਖ ਮੰਤਰੀ ਨੇ, ਦੇਸ਼ ਦੇ ਕਿਸੇ ਮੁੱਖ ਮੰਤਰੀ ਨੇ ਸਭ ਤੋਂ ਵੱਧ ਜ਼ੋਰ ਨਾਲ ਇਨ ਤਿੰਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਆਵਾਜ਼ ਉਠਾਈ ਹੈ, ਉਹ ਅਰਵਿੰਦ ਕੇਜਰੀਵਾਲ ਜੀ ਹੈ। ਈਵਨ ਵਿਧਾਨ ਸਭਾ ਦੇ ਵਿੱਚ ਸਰਕਾਰ, ਰਾਜ ਕਰਦੀ ਪਾਰਟੀ ਨੇ ਦਿੱਲੀ ਦੇ ਵਿੱਚ ਇਹ ਤਿੰਨੇ ਕਾਲੇ ਕਾਨੂੰਨਾਂ ਨੂੰ ਸਾੜਿਆ ਵੀ ਹੈ। ਕੁਲਤਾਰ ਜੀ, ਇੱਕ ਟਾਈਮ ਸੀ ਕਿ ਜਦੋਂ ਰਾਜਨੀਤਿਕ ਪਾਰਟੀਆਂ ਚੋਣ ਵਾਅਦੇ ਕਰਦੀਆਂ ਸੀ, ਮੈਨੀਫੈਸਟੋ ਬਣਾ ਦਿੰਦੀਆਂ ਸੀ, ਪਰ ਮੈਨੀਫੈਸਟੋ ਪੂਰਾ ਨਹੀਂ ਹੁੰਦਾ ਸੀ। ਲੱਗਦਾ ਹੈ ਕਿ ਅੱਜ ਰਾਜਨੀਤੀ ਕੁਝ ਬਦਲਦੀ ਨਜ਼ਰ ਆ ਰਹੀ ਹੈ ਕਿ ਉਹਨਾਂ ਮੈਨੀਫੈਸਟੋਆਂ ਦਾ ਸਵਾਲ ਹੈ ਜਿਹੜਾ ਉਹ ਵੀ ਕੀਤਾ ਜਾਏਗਾ ਕਿ ਕਿੰਨੇ ਵਾਅਦੇ ਪੂਰੇ ਕੀਤੇ ਨੇ, ਤੁਸੀਂ ਫਲਾਨਾ ਵਾਅਦਾ ਕਰਤਾ ਰਹੇ ਹੋ, ਪੂਰਾ ਕਿੱਦਾਂ ਕਰੋਗੇ, ਉਦਾਂ ਦੇ ਸਵਾਲ ਜਵਾਬ ਹੋਣੇ ਆ। ਤਾਂ ਜਨਤਾ ਇੱਕ ਜਵਾਬਦਾਰੀ ਜਿਹੜੀ ਉਹ ਤੈਅ ਕਰਨ ਜਾ ਰਹੀ ਹੈ ਲੀਡਰਾਂ ਦੀ। ਤਾਂ ਲੱਗਦਾ ਰਾਜਨੀਤੀ ਦੇ ਵਿੱਚ ਤਬਾਦਲਾ ਜ਼ਰੂਰ ਹੋ ਰਿਹਾ ਪੰਜਾਬ ਦੇ ਵਿੱਚ। ਇਹੀ ਤਾਂ ਸਾਡੀ ਪ੍ਰਾਪਤੀ ਆ। ਅਸੀਂ ਅਰਵਿੰਦ ਕੇਜਰੀਵਾਲ ਜੀ ਇਹੀ ਕਹਿੰਦੇ ਨਾ, ਅਸੀਂ ਰਾਜਨੀਤੀ ਬਦਲਣਾ ਹੈ ਤੇ ਬਦਲਤੀ। ਹੁਣ ਪਹਿਲਾਂ ਜਿਵੇਂ ਹੁੰਦਾ ਸੀ ਨਾ ਵੀ ਅੱਜ ਜਿਵੇਂ ਫਲਾਣੇ ਥਾਂ ਕੋਈ ਲੀਡਰ ਆ ਖਾ ਗਿਆ ਤੇ ਲੋਕ ਕਹਿੰਦੇ ਸੀ ਕੋਈ ਨਹੀਂ, ਇਹ ਤਾਂ ਲੀਡਰਾਂ ਹੀ ਕਰਦੇ ਹੁੰਦੇ ਆ, ਇਹ ਗੱਲ ਹੀ ਚੱਲ ਪਈ ਸੀ। ਲੇਕਿਨ ਹੁਣ ਸੋਚਣਗੇ, ਹੁਣ ਉਹਨਾਂ ਨੂੰ ਪਤਾ ਵੀ ਜਵਾਬ ਦੇਣਾ ਪੈਣਾ। ਹੁਣ ਪੰਜਾਬ ਵਾਲੇ ਪੁੱਛਦੇ ਆ, ਜਿਨ੍ਹਾਂ ਨੇ ਸਾਡੀ ਡਿਊਟੀ ਲਾਈ ਆ ਉਹ ਪੁੱਛਦੇ ਆ, ਭਾਈ ਤੁਹਾਡੇ ਮਹਿਲ ਕਿੱਥੋਂ ਬਣ ਗਏ, ਗਰੀਬ ਦਾ ਤਾਂ ਕੌਲਾ ਨਹੀਂ ਲਿਪਿਆ ਗਿਆ। ਸੋ ਇਹ ਬਹੁਤ ਮਤਲਬ ਖੁਸ਼ੀ ਵਾਲੀ ਗੱਲ ਹੈ। ਮੈਂ ਆਪਦੇ ਆਪ ਨੂੰ ਬਹੁਤ ਗੌਰਵਾਂਗਿਤ, ਬਹੁਤ ਮਤਲਬ ਭਾਗਸ਼ਾਲੀ ਮਹਿਸੂਸ ਕਰਦਾ ਵੀ ਮੈਂ ਪੰਜਾਬ ਦਾ ਜੰਮਿਆ ਤੇ ਪੰਜਾਬੀ ਜਾਗ ਪਿਆ। ਤੇ ਜਦੋਂ ਪੰਜਾਬੀ ਜਾਗ ਪੈਣ ਫਿਰ ਇਹ ਤਾਂ ਅੰਗਰੇਜ਼ਾਂ ਨੂੰ ਭਜਾ ਦਿੰਦੇ ਆ ਜੀ, ਤੇ ਪੰਜਾਬ ਤਾਂ ਅਸੀਂ ਬਚਾ ਹੀ ਲਵਾਂਗੇ। ਇੱਕ ਗੱਲ ਸੱਚੀ ਦੱਸੋ, ਕੋਈ ਰਣਨੀਤੀ ਜਾਂ ਕੋਈ ਹਾਲੇ ਤੱਕ ਮੀਟਿੰਗ ਆਪਸ ਦੇ ਵਿੱਚ ਕੀਤੀ ਹੈ, ਚਾਹੇ ਆਨਲਾਈਨ ਚੱਲਦੇ ਆ? ਪੰਕਜ ਸਾਡੇ ਸਹਿਯੋਗੀ ਲਗਾਤਾਰ ਜੁੜੇ ਹੋਏ ਨੇ। ਪੰਕਜ, ਕੁਲਤਾਰ ਸੰਧਵਾ ਜੁੜੇ ਹੋਏ ਸਨ, ਤੁਸੀਂ ਵੀ ਗੱਲਬਾਤ ਸੁਣੀ ਹੋਏਗੀ, ਕਹਿ ਰਹੇ ਨੇ ਕਿ ਅਸੀਂ ਵੀ ਇਹੀ ਚਾਹੁੰਦੇ ਸੀ, ਅਰਵਿੰਦ ਕੇਜਰੀਵਾਲ ਵੀ ਇਹੀ ਕਹਿ ਰਹੇ ਸਨ ਕਿ ਰਾਜਨੀਤੀ ਅਸੀਂ ਪੰਜਾਬ ਦੀ ਬਦਲਣਾ ਚਾਹੁੰਦੇ ਹਾਂ, ਤੇ ਅੱਜ ਰਾਜਨੀਤੀ ਬਦਲ ਗਈ ਹੈ।
ਦੇਖੋ ਇਸ ਵੇਲੇ ਕਿਉਂਕਿ 2022 ਨੂੰ ਹੁਣ ਜ਼ਿਆਦਾ ਸਮਾਂ ਨਹੀਂ ਬਚਿਆ ਔਰ ਹਰੇਕ ਸਿਆਸੀ ਪਾਰਟੀ ਦੀ ਨਜ਼ਰ ਜਿਹੜੀ ਹੈ ਉਹ ਕਿਸਾਨਾਂ ਦੇ ਉੱਤੇ ਹੈ ਕਿ ਕਿਸਾਨ ਤੈਅ ਕਰਨਗੇ ਕਿ ਸਰਕਾਰ ਕਿਸ ਦੀ ਬਣਾਣੀ ਹੈ। ਬੀਜੇਪੀ ਛੱਡ ਦਿੱਤਾ ਜਾਵੇ ਤਾਂ तमाम ਸਿਆਸੀ ਪਾਰਟੀਆਂ ਇਹ ਕਹਿ ਰਹੀਆਂ ਨੇ ਕਿ ਅਸੀਂ ਖੇਤੀ ਕਾਨੂੰਨਾਂ ਦੇ ਖਿਲਾਫ ਹਾਂ, ਅਸੀਂ ਚਾਹੁੰਦੇ ਹਾਂ ਕਿ ਇਹ ਕਾਨੂੰਨ ਵਾਪਸ ਹੋਣ ਔਰ ਇਸ ਦੇ ਨਾਲ ਇਹ ਵੀ ਜ਼ਿਕਰ ਕਰ ਰਹੇ ਨੇ ਕਿ ਜਿੱਥੇ ਡਿਊਟੀ ਲਗਾਈ ਜਾਏਗੀ, ਜਿੱਥੇ ਪ੍ਰਚਾਰ ਦੀ ਡਿਊਟੀ ਲਗਾਈ ਜਾਏਗੀ, ਕਿਸ ਤਰੀਕੇ ਦੀ ਵੀ ਜ਼ਰੂਰਤ ਹੈ, ਚਾਹੇ ਕਾਂਗਰਸ ਹੋਵੇ, ਚਾਹੇ ਅਕਾਲੀ ਦਲ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਹਰ ਕੋਈ ਪਾਰਟੀ ਇਸੇ ਗੱਲ ਦਾ ਦਾਅਵਾ ਕਰ ਰਹੀ ਹੈ ਕਿ ਜਿਵੇਂ ਜ਼ਿੰਮੇਵਾਰੀ ਕਿਸਾਨ ਲੀਡਰ ਕਹਿਣਗੇ ਉਸੇ ਤਰੀਕੇ ਨਾਲ ਅਸੀਂ ਕਰਾਂਗੇ। ਲੇਕਿਨ ਇਸ ਦੇ ਨਾਲ ਕਿਸਾਨਾਂ ਦੀ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਹੈ ਕਿ ਅਗਰ ਚੋਣਾਂ ਨੂੰ ਅਜੇ ਸਮਾਂ ਪਿਆ ਹੈ, ਇਸ ਵੇਲੇ ਅੰਦੋਲਨ ਚੱਲ ਰਿਹਾ ਹੈ, ਤਾਂ ਇਸ ਵੇਲੇ ਕੋਈ ਵੀ ਸਿਆਸੀ ਪਾਰਟੀ ਹੋਵੇ ਉਸ ਨੂੰ ਪ੍ਰਚਾਰ ਨਹੀਂ ਕਰਨਾ ਚਾਹੀਦਾ, ਉਸ ਨੂੰ ਰੈਲੀਆਂ ਨਹੀਂ ਕਰਨੀਆਂ ਚਾਹੀਦੀਆਂ। ਇਸੇ ਗੱਲ ਨੂੰ ਲੈ ਕੇ ਨਾਰਾਜ਼ਗੀ ਜਿਹੜੀ ਹੈ तमाम ਕਿਸਾਨ ਆਗੂਆਂ ਦੀ ਸਾਹਮਣੇ ਆ ਰਹੀ ਹੈ। ਹਰਸ਼ ਜੀ ਪੰਕਜ ਠੀਕ ਹੈ, ਇੱਕ ਵਾਰ ਰੋਹਿਤ ਕੋਲ ਵਾਪਸ ਚੱਲਦੇ ਹਾਂ। ਰੋਹਿਤ, ਕਿਸਾਨ ਜਵਾਬਦੇਹੀ ਲੈ ਰਹੇ ਨੇ, ਰੋਹਿਤ ਜਿਹੜਾ ਕਿਸਾਨ ਸਵਾਲ ਕਰ ਰਹੇ ਨੇ ਵਾਰ-ਵਾਰ, ਕਿਸਾਨਾਂ ਦਾ ਕਹਿਣਾ ਹੈ ਕਿ ਅਜੇ ਸਿਆਸੀ ਪ੍ਰਚਾਰ ਹੈ ਜਿਹੜਾ ਨਾ ਕੀਤਾ ਜਾਵੇ। ਇੱਕ ਵਾਰ ਪੰਕਜ ਦੇ ਕੋਲ ਹੀ ਵਾਪਸ ਚੱਲਦੇ ਹਾਂ। ਪੰਕਜ, ਇਹ ਜਿਹੜਾ ਸਵਾਲ ਜਵਾਬ ਹੈ, ਕਿਉਂਕਿ ਕੁਲਤਾਰ ਸੰਧਵਾ ਵੀ ਇਸ ਦਾ ਜਵਾਬ ਦੇ ਰਹੇ ਸਨ ਕਿ ਰਾਜਨੀਤੀ ਕਿਸੇ ਤਰੀਕੇ ਦੇ ਨਾਲ ਜਿਹੜੀ ਹੈ ਬਦਲਣ ਜਾ ਰਹੀ ਹੈ, ਕਿਉਂਕਿ ਲੋਕ ਹੁਣ ਸਵਾਲ ਕਰਨ ਲੱਗ ਪਏ ਨੇ। ਹੁਣ ਜਿਹੜਾ ਪਹਿਲਾਂ ਇਹ ਹੁੰਦਾ ਸੀਗਾ ਕਿ ਮੈਨੀਫੈਸਟੋ ਇੱਕ ਲਿਆਂਦਾ ਜਾਂਦਾ ਸੀ, ਵਾਅਦੇ ਕਰ ਦਿੱਤੇ ਜਾਂਦੇ ਸੀ, ਉਹ ਪੂਰੇ ਹੁੰਦੇ ਸੀ, ਨਹੀਂ ਹੁੰਦੇ ਸੀ, ਉਹ ਜਿਹੜੀ ਗੱਲ ਹੈ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀ ਸੀ। ਲੇਕਿਨ ਹੁਣ ਲੋਕ ਘੇਰ ਕੇ ਸਵਾਲ ਪੁੱਛ ਰਹੇ ਨੇ ਕਿ ਤੁਸੀਂ 4.5 ਸਾਲ ਕਿੱਥੇ ਸੀ, ਤੁਸੀਂ ਇਹ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ। ਤਾਂ ਅੱਜ ਉਹ ਜਵਾਬ ਤਲਬੀ ਹੋਣ ਜਾ ਰਹੀ ਹੈ, ਕਿਤੇ ਨਾ ਕਿਤੇ ਉਹ ਜਿਹੜਾ ਬਦਲਾਅ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ। ਬਿਲਕੁਲ, ਬਲਦੇਵ ਸਿੰਘ ਸਿਰਸਾ ਹੋਰਾਂ ਨਾਲ ਗੱਲਬਾਤ ਕਰ ਲੈਂਦੇ ਆ। ਆਮ ਆਦਮੀ ਪਾਰਟੀ ਦੇ ਲੀਡਰ ਹੁਣੇ ਜੁੜੇ ਹੋਏ ਸੀ, ਉਹ ਕਹਿ ਰਹੇ ਸੀ ਕਿ ਅਰਵਿੰਦ ਕੇਜਰੀਵਾਲ ਤਾਂ ਸਿਆਸਤ ਬਦਲਣ ਦੇ ਲਈ ਸਿਆਸਤ 'ਚ ਆਏ ਸੀਗੇ ਔਰ ਪੰਜਾਬ ਦੀ ਸਿਆਸਤ ਬਦਲਦੀ ਹੋਈ ਵੀ ਨਜ਼ਰ ਆ ਰਹੀ ਹੈ। ਦੇਖੋ, ਸਾਡੇ ਵਾਸਤੇ ਰਾਜਨੀਤਿਕ ਪਾਰਟੀਆਂ ਸਾਰੀਆਂ ਇੱਕੋ ਜਿਹੀਆਂ, ਅਸੀਂ ਕਿਸੇ 'ਚ ਕੋਈ ਫਰਕ ਨਹੀਂ ਸਮਝਦੇ। ਬਾਕੀ ਜੋ ਵੀ ਫੈਸਲਾ ਹੋਣਾ ਉਹ ਸਾਡੀ ਮੀਟਿੰਗ ਦੇ ਵਿੱਚ ਹੋਣਾ, ਮੈਂ ਇਕੱਲਾ ਕੋਈ ਇੱਥੇ ਕਰ। ਇਸ ਤੋਂ ਇਲਾਵਾ ਪਹਿਲਾਂ ਹੁੰਦਾ ਸੀ ਕਿ ਜਿਹੜੇ ਸਿਆਸੀ ਲੀਡਰ ਹੁੰਦੇ ਸੀ, ਹੁਣ ਚੋਣਾਂ ਦਾ ਪ੍ਰਚਾਰ ਆ ਗਿਆ, ਤੁਹਾਡੇ ਕੋਲ ਆਣਗੇ, ਵੋਟਾਂ ਲਈ ਪ੍ਰਚਾਰ ਕਰਨਗੇ, ਹਰੇਕ ਪਾਰਟੀ ਨੇ ਸ਼ੁਰੂ ਕਰ ਦਿੱਤਾ। ਤੁਸੀਂ ਕਹਿ ਰਹੇ ਹੋ ਕਿ ਅਜੇ ਰੋਕ ਲਗਾਈ ਜਾਵੇ, ਅਜੇ ਜਿਹੜਾ ਵਾ ਉਹ ਨਾ ਕੀਤਾ ਜਾਵੇ। ਔਰ ਨਵਜੋਤ ਸਿੰਘ ਸਿੱਧੂ ਵੀ ਅੱਜ ਇੱਥੇ ਆ ਰਹੇ ਨੇ। ਨਵਜੋਤ ਸਿੰਘ ਸਿੱਧੂ ਹੋਰੀ ਕਹਿ ਰਹੇ ਨੇ ਕਿ ਬਿਜਲੀ ਜਿਹੜੀ ਹੈ ਉਹ ਘੱਟ ਰੇਟ ਤੇ ਪੂਰੇ ਪੰਜਾਬ ਨੂੰ ਮਿਲਣੀ ਚਾਹੀਦੀ ਹੈ। ਉਹ ਲਗਾਤਾਰ ਕਿਸਾਨਾਂ ਦੀ ਹਿਮਾਇਤ ਹੋਣ ਦਾ ਜ਼ਿਕਰ ਕਰ ਰਹੇ ਨੇ। ਇੱਥੇ ਅੱਜ ਬਿਜਲੀ ਦੀ ਗੱਲ ਜਾਂ ਹੋਰ ਕੋਈ ਗੱਲ ਨਹੀਂ, ਇੱਥੇ ਗੱਲ ਹੈਗੀ ਹੈ ਜਿਹੜੇ ਅਸੀਂ ਕਾਨੂੰਨਾਂ ਦੇ ਖਿਲਾਫ ਲੜਾਈ ਲੜ ਰਹੇ ਹਾਂ, ਜਿਹੜੀ ਕੇਂਦਰ ਦੇ ਖਿਲਾਫ ਲੜਾਈ ਲੜ ਰਹੇ ਹਾਂ, ਉਹਦੇ ਸੰਬੰਧ ਵਿੱਚ ਗੱਲਬਾਤ ਹੈ। ਬਾਕੀ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਉਹ ਇਲੈਕਸ਼ਨ ਲੜਨ, ਅਸੀਂ ਉਹਨਾਂ ਨੂੰ ਰੋਕ ਦੇਣਗੇ, ਪਰ ਸਮੇਂ ਦੇ ਹਿਸਾਬ ਨਾਲ ਲੜਨ। ਕੋਈ ਅਜਿਹਾ ਤੇ ਨਹੀਂ ਕਿ ਕਿਸਾਨ ਲੀਡਰ ਵੀ, ਕਿਉਂਕਿ ਗੁਰਨਾਮ ਚਡੂਨੀ ਹੋਰੀ ਕਹਿ ਰਹੇ ਕਿ ਅਸੀਂ ਵੀ ਚੋਣਾਂ ਲੜਨੀਆਂ ਨੇ। ਅਜੇ ਕੋਈ ਗੱਲ ਨਹੀਂ ਕਰਾਂਗਾ, ਅਸੀਂ ਹੁਣ ਮੀਟਿੰਗ ਹੁੰਦੀ ਹੈ, ਮੀਟਿੰਗ ਤੋਂ ਬਾਅਦ ਫਿਰ ਗੱਲ ਵੱਖ-ਵੱਖ ਬੁਲਾਇਆ ਜਾਏਗਾ ਜਾਂ ਇਕੱਠੇ ਜਿਹੜਾ ਬਿਠਾਇਆ ਜਾਏਗਾ? ਇਹ ਹੁਣ ਅੰਦਰ ਹੋਵੇਗਾ। ਤਾਂ ਬਲਦੇਵ ਸਿੰਘ ਸਿਰਸਾ ਹੋਰੀ ਅੰਦਰ ਜਾ ਰਹੇ ਨੇ, ਉਹ ਕਹਿ ਰਹੇ ਨੇ ਕਿ ਸਿਰਫ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਸਿਆਸੀ ਪਾਰਟੀਆਂ ਨਾਲ ਗੱਲਬਾਤ ਕਰਨੀ ਹੈ, ਸਿਰਫ ਉਸ ਮੁਤਲਕ ਗੱਲਬਾਤ ਕੀਤੀ ਜਾਏਗੀ ਔਰ तमाम ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਸਾਡੇ ਲਈ ਇੱਕੋ ਬਰਾਬਰ ਨੇ, ਉਹਨਾਂ ਨੂੰ ਸਵਾਲ ਕੀਤੇ ਜਾਣਗੇ। ਔਰ ਨਾਲ ਹੀ ਨਾਲ ਕੁਝ ਕਿਸਾਨ ਆਗੂ ਕਹਿ ਰਹੇ ਨੇ ਕਿ ਜਦੋਂ ਤੱਕ ਅੰਦੋਲਨ ਚੱਲ ਰਿਹਾ ਉਦੋਂ ਤੱਕ ਕਿਸੇ ਵੀ ਤਰੀਕੇ ਦੇ ਨਾਲ ਚੁਣਾਵੀ ਰੈਲੀਆਂ ਜਿਹੜੀਆਂ ਨੇ ਉਹ ਸਿਆਸੀ ਪਾਰਟੀਆਂ ਨਾ ਕਰਨ। ਇਸ ਗੱਲ ਦਾ ਜ਼ਿਕਰ ਵੀ ਅੱਜ ਮੀਟਿੰਗ ਦੇ ਅੰਦਰ ਕੀਤਾ ਜਾਏਗਾ। ਜੀ ਬਿਲਕੁਲ ਪੰਕਜ, ਵੱਖ-ਵੱਖ ਪਾਰਟੀਆਂ, ਸਾਰੀਆਂ ਹੀ ਪਾਰਟੀਆਂ ਕਹਿ ਰਹੀਆਂ ਨੇ ਕਿ ਅਸੀਂ ਕਿਸਾਨ ਹਿਤੈਸ਼ੀ ਹਾਂ, ਅਸੀਂ ਕਿਸਾਨਾਂ ਦੀ ਹਮਾਇਤ ਕਰਦੇ ਹਾਂ, ਕਿਸਾਨ ਪੱਖੀ ਪਾਰਟੀ ਸਿਰਫ ਸਾਡੀ ਹੀ ਹੈ। ਇਸ ਕਿਸਮ ਦੀ ਬਿਆਨਬਾਜ਼ੀ ਤਾਂ ਜ਼ਰੂਰ ਹੋ ਰਹੀ ਹੈ, ਲੇਕਿਨ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਕਿਸਾਨ ਆਗੂ ਜਵਾਬ ਤਲਬੀ ਕਰਨਗੇ। ਇੱਕ ਮੀਟਿੰਗ ਹੋ ਰਹੀ ਹੈ ਜਿੱਥੇ ਵੱਖ-ਵੱਖ ਪਾਰਟੀਆਂ ਨੂੰ ਬੁਲਾਇਆ ਜਾ ਰਿਹਾ ਤੇ ਉਹਨਾਂ ਤੋਂ ਜਵਾਬ ਮੰਗੇ ਜਾਣਗੇ। ਬਿਲਕੁਲ ਅਰਸ਼, ਇਹ ਕਿਸਾਨਾਂ ਦੀ ਕਚਹਿਰੀ ਹੈ, ਕਿਉਂਕਿ ਇਸ ਵੇਲੇ ਜਦੋਂ ਹਰੇਕ ਸਿਆਸੀ ਪਾਰਟੀ ਕਹਿ ਰਹੀ ਕਿ ਅਸੀਂ ਕਿਸਾਨਾਂ ਦੇ ਨਾਲ ਆ, ਤਾਂ ਫਿਰ ਕਿਸਾਨ ਆਗੂ ਕੀ ਚਾਹੁੰਦੇ ਨੇ, ਕਿਸਾਨ ਆਗੂਆਂ ਦੇ ਕੀ ਸਵਾਲ ਨੇ, ਉਹ ਸਿਆਸੀ ਪਾਰਟੀਆਂ ਤੋਂ ਕਿਸ ਤਰੀਕੇ ਨਾਲ ਜਵਾਬ ਤਲਬੀ ਕਰਨਗੇ। ਅੱਜ ਪੂਰੇ ਪੰਜਾਬ ਦੀਆਂ ਨਜ਼ਰਾਂ, ਜਾਂ ਫਿਰ ਇਹ ਕਹੀਏ ਕਿ ਪੂਰੇ ਦੁਨੀਆ 'ਚ ਜਿਹੜੇ ਪੰਜਾਬੀ ਬੈਠੇ ਹੋਏ ਨੇ ਉਹਨਾਂ ਦੀਆਂ ਨਜ਼ਰਾਂ ਇਸ ਮੀਟਿੰਗ ਦੇ ਉੱਤੇ ਟਿਕੀਆਂ ਹੋਈਆਂ ਨੇ, ਕਿਉਂਕਿ ਹਰੇਕ ਸਿਆਸੀ ਪਾਰਟੀ ਦਾਅਵਾ ਜ਼ਰੂਰ ਕਰਦੀ ਹੈ, ਲੇਕਿਨ ਕਿਸਾਨਾਂ ਦੇ ਮਨ ਦੇ ਵਿੱਚ ਕੀ ਹੈ, ਕਿਸਾਨਾਂ ਦੀ ਇੱਛਾ ਕੀ ਹੈ, ਉਹ ਅੱਜ ਦੀ ਮੀਟਿੰਗ 'ਚ ਹੋਏਗਾ। ਤਸਵੀਰਾਂ ਮੈਂ ਦਿਖਾਣਾ ਚਾਹ ਰਿਹਾ ਕਿ ਇਸ ਵੇਲੇ ਕਿਸਾਨ ਲੀਡਰ ਜਿਹੜੇ ਨੇ ਉਹ ਆਪਸ 'ਚ ਮੀਟਿੰਗ ਕਰ ਰਹੇ ਨੇ, ਕਿਉਂਕਿ ਥੋੜੀ ਦੇਰ ਬਾਅਦ ਜਿਹੜੀ ਹੈ ਉਹ ਮੀਟਿੰਗ ਸ਼ੁਰੂ ਹੋਣੀ ਹੈ ਸਿਆਸੀ ਆਗੂਆਂ ਦੇ ਨਾਲ। ਜਿਵੇਂ ਹੀ ਸਿਆਸੀ ਆਗੂ ਇੱਥੇ ਪਹੁੰਚਣਗੇ, ਚਾਹੇ ਕਾਂਗਰਸ ਹੋਵੇ, ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ ਹੋਰੀ ਆ ਰਹੇ ਨੇ, ਇਸ ਤੋਂ ਇਲਾਵਾ ਪ੍ਰਗਟ ਸਿੰਘ ਆ ਰਹੇ, ਕੁਲਜੀਤ ਸਿੰਘ ਨਾਗਰਾ ਆ ਰਹੇ, ਅਕਾਲੀ ਦਲ ਵੱਲੋਂ ਡਾਕਟਰ ਦਲਜੀਤ ਚੀਮਾ ਹੋਰੀ ਆ ਰਹੇ ਨੇ, ਔਰ ਇਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਵੱਲੋਂ ਕੁਲਤਾਰ ਸੰਧਵਾ, ਬਲਜਿੰਦਰ ਕੌਰ ਹੋਰੀ ਆ ਰਹੇ ਹੈ, ਸੁਖਦੇਵ ਸਿੰਘ ਢੀਂਡਸਾ ਆ ਰਹੇ ਨੇ, ਬ੍ਰਹਮਪੁਰਾ ਹੋਰੀ ਆ ਰਹੇ ਹੈ, ਬੈਂਸ ਭਰਾ ਆ ਰਹੇ ਨੇ। ਸਿਰਫ ਬੀਜੇਪੀ ਨੂੰ ਛੱਡ ਦਿੱਤਾ ਜਾਵੇ ਤਾਂ तमाम ਸਿਆਸੀ ਪਾਰਟੀਆਂ ਉਹ ਇੱਥੇ ਪਹੁੰਚਣਗੀਆਂ, ਕਿਸਾਨਾਂ ਦੀ ਕਚਹਿਰੀ 'ਚ ਪਹੁੰਚਣਗੀਆਂ। ਠੀਕ ਹੈ ਪੰਕਜ, ਫਿਲਹਾਲ ਦੇ ਲਈ ਸ਼ੁਕਰੀਆ। ਸਾਡੇ ਨਾਲ ਹਰਜੀਤ ਗਰੇਵਾਲ
ਬੀਜੇਪੀ ਤੋਂ ਜੁੜੇ ਹੋਏ ਨੇ। ਗਰੇਵਾਲ ਸਾਹਿਬ ਸਵਾਗਤ ਹੈ ਜੀ ਨਿਊਜ਼ 18 ਪੰਜਾਬ ਤੇ। ਸ਼ੁਕਰੀਆ ਜੀ, ਸ਼ੁਕਰੀਆ। ਸਿਰਫ ਬੀਜੇਪੀ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ। ਬੀਜੇਪੀ ਦਾ ਤਾਂ ਐਲਾਨਿਆ ਗਿਆ ਹੈ ਕਿ ਬੀਜੇਪੀ ਦਾ ਵਿਰੋਧ ਕਰਨਾ ਹੈ ਜਦ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ। ਕੀ ਕਹਿਣਾ ਚਾਹੋਗੇ? ਦੇਖੋ, ਉਹਨਾਂ ਦਾ ਸਵਾਗਤ ਹੈ। ਉਹਨਾਂ ਨੇ ਪੀਸਫੁਲ ਵਿਰੋਧ ਕਰਨਾ ਹੋਵੇ ਤਾਂ ਡੈਮੋਕ੍ਰੇਸੀ ਸਾਰਿਆਂ ਨੂੰ ਅਧਿਕਾਰ ਹੈ, ਪਰ ਜੇ ਉਹ ਹਿੰਸਕ ਵਿਰੋਧ ਕਰਨ ਤਾਂ ਉਹਦੇ ਲਈ ਕਾਨੂੰਨ ਆਪਣਾ ਕੰਮ ਕਰਦਾ। ਉਹਦੇ 'ਚ ਅਸੀਂ ਉਹਨਾਂ ਨੂੰ ਕੀ ਕਹਿਣਾ, ਕਰ ਰਹੇ ਉਹ ਹਿੰਸਕ ਹੀ ਰਹੇ ਆ। ਤੇ ਮੈਂ ਸਮਝਦਾ ਕਿ ਇਹ ਅੰਦੋਲਨ ਦੀ ਡਰਾਈਵਿੰਗ ਫੋਰਸ ਕਿਤੇ ਹੋਰ ਆ ਕਿ ਕੋਈ ਕੇਂਦਰ ਸਰਕਾਰ ਸਾਰੀਆਂ ਗੱਲਾਂ ਲਈ ਤਿਆਰ ਆ। ਉਹ ਬੈਠ ਕੇ ਗੱਲ ਕਰਕੇ ਇਹਦਾ ਹੱਲ ਕੱਢਣ ਲਈ ਵੀ ਕਿ 5 ਮੈਂਬਰ ਦੀ ਕਮੇਟੀ ਇਹ ਦੇ ਦੇਣ, 5 ਦੀ ਸਰਕਾਰ ਦੇ ਦੇਵੇ। ਕਾਨੂੰਨ ਉਦੋਂ ਤੱਕ ਹੋਲਡ ਤੇ ਪਏ ਨੇ, ਜੋ ਫੈਸਲਾ ਕਰਨਾ ਉਹਦੇ 'ਚ ਕਰ ਲੈਣ। ਤਾਂ ਉਹਦੇ 'ਚ ਕਾਨੂੰਨ ਰਿਪੀਲ ਕਰਨ ਵਾਲੀ, ਰੱਦ ਕਰਨ ਵਾਲੀ ਕਿਹੜੀ ਗੱਲ ਹੈਗੀ? ਮਗਰ ਇਹ ਮੰਨਣਾ ਨਹੀਂ ਚਾਹੁੰਦੇ, ਇਹ ਤਾਂ ਅੰਦੋਲਨ ਚਲਾਉਣਾ ਚਾਹੁੰਦੇ ਆ। ਬੀਜੇਪੀ ਦੇ ਪ੍ਰਧਾਨ ਮੰਤਰੀ ਦਾ, ਬੀਜੇਪੀ ਦੀ ਸਰਕਾਰ ਦਾ ਤੇ ਚਿਹਰਾ ਖਰਾਬ ਕਰਨਾ ਚਾਹੁੰਦੇ, ਸਾਡੇ ਵਰਕਰਾਂ ਤੇ ਜ਼ੁਲਮ ਕਰਕੇ ਤੇ ਉਹਨਾਂ ਨੂੰ ਪਾਰਟੀ ਤੋਂ ਅਲੱਗ-ਥਲੱਗ ਕਰਨਾ ਚਾਹੁੰਦੇ। ਉਹ ਇਹ ਕਰਨ 'ਚ ਸਕਸੈਸਫੁਲ ਨਹੀਂ ਹੋ ਸਕਾਂਗੇ। ਲੇਕਿਨ ਕਿਤੇ ਨਾ ਕਿਤੇ ਗਰੇਵਾਲ ਸਾਹਿਬ ਜ਼ਿੰਮੇਵਾਰੀ ਤਾਂ ਸਰਕਾਰ ਦੀ ਵੀ ਹੁੰਦੀ ਹੈ ਨਾ ਕਿ ਸਰਕਾਰ ਗੱਲਬਾਤ ਕਰੇ। ਲੰਮੇ ਸਮੇਂ ਤੋਂ ਹੁਣ ਗੱਲਬਾਤ ਬੰਦ ਪਈ ਹੈ, ਇੰਨੇ ਮੀਟਿੰਗਾਂ ਦਾ ਦੌਰ ਹੈ ਜਿਹੜਾ ਹੋ ਚੁੱਕਿਆ ਹੈ ਜੀ। ਤੁਸੀਂ ਇਸ ਤਰ੍ਹਾਂ ਨਾਲ ਸਰਕਾਰ ਨੂੰ ਕਹਦੇ ਕਰੋ, ਜੋ ਗੱਲ ਜੈਨੂਨ ਹੋਵੇ ਉਹੀ ਕਰਨੀ ਚਾਹੀਦੀ ਆ। ਸਰਕਾਰ ਨੂੰ ਤਾਂ ਅੱਜ ਵੀ ਸੱਦਾ ਇਹਨਾਂ ਨੂੰ ਕਿ ਭਾਈ ਜੇ ਤੁਸੀਂ 5 ਮੈਂਬਰ ਦੀ ਕਮੇਟੀ ਬਣਾਉਣੇ ਹੋ, ਕਿਤੇ ਗੱਲ ਖਤਮ ਕਰਦੇ ਹੋ, ਜਦੋਂ ਮਰਜ਼ੀ ਆ ਜਾਓ ਜੀ। ਤੇ ਉਹਦੇ ਲਈ ਤਾਂ ਸੱਦਾ ਹੈਗਾ ਤੇ ਉਹ ਇਹ ਨਹੀਂ ਗੱਲ ਕਰਨਾ ਚਾਹੁੰਦੇ। ਇਸ ਗੱਲ ਨੂੰ ਖਤਮ ਨਹੀਂ ਕਰਨਾ ਚਾਹੁੰਦੇ। ਜੇ ਖਤਮ ਨਹੀਂ ਕਰਨੀ ਤਾਂ 50-60 ਵਾਰ ਬੈਠ ਲਓ, ਚਾਹੇ ਉਹਦਾ ਕੋਈ ਫਰਕ ਨਹੀਂ ਹੁੰਦਾ। 11 ਵਾਰ 50-60 ਘੰਟੇ ਬੈਠ ਲਏ, ਹੋਰ ਬੈਠ ਲਓ, ਉਹਦੇ 'ਚ ਕੋਈ ਫਾਇਦਾ ਨਹੀਂ ਹੁੰਦਾ ਉਸ ਚੀਜ਼ ਦਾ। ਤੇ ਜੇ ਖਤਮ ਕਰਨਾ ਚਾਹੁੰਦੇ ਨੇ, ਡਰਾਈਵਿੰਗ ਫੋਰਸ ਕਿਤੇ ਹੋਰ ਆ, ਇਹ ਖਤਮ ਨਹੀਂ ਕਰਨਾ ਚਾਹੁੰਦੇ ਗੱਲ। ਲੇਕਿਨ ਗਰੇਵਾਲ ਸਾਹਿਬ ਫਿਰ ਗੱਲਬਾਤ ਤਾਂ ਸ਼ੁਰੂ ਹੋਵੇ ਨਾ ਕਿਸੇ ਤਰੀਕੇ ਦੇ ਨਾਲ, ਕਿਉਂਕਿ 10ਵਾਂ ਮਹੀਨਾ ਚੱਲ ਰਿਹਾ ਹੈ, ਦਿੱਲੀ ਦੇ ਬਾਰਡਰਾਂ ਤੇ ਬੈਠੇ 1 ਸਾਲ ਪੰਜਾਬ ਦੇ ਵਿੱਚ ਪ੍ਰਦਰਸ਼ਨ ਹੋ ਚੁੱਕਿਆ। ਗੱਲ ਕਰੀ ਜਾਂਦੇ ਤੂੰ, ਤੁਹਾਡੇ ਥਰੂ ਮੈਂ ਸੱਦਾ ਦਿੱਤਾ ਭੈਣ ਮੇਰੀਏ, ਆ ਸੱਦਾ ਹੀ ਆ। ਉਹਨਾਂ ਨੂੰ ਦੱਸਤਾ ਕਿ ਜੇ ਸਰਕਾਰ ਨਾਲ ਬੈਠਣਾ ਚਾਹਣ, ਇੱਕ ਟੈਲੀਫੋਨ ਕਰਨ ਐਗਰੀਕਲਚਰ ਮਿਨਿਸਟਰ ਨੂੰ, 1 ਮਿੰਟ 'ਚ ਗੱਲ ਹੋ ਜਾਏਗੀ ਔਰ ਇਹ ਗੱਲ ਖਤਮ ਹੋ ਜਾਏਗੀ। ਜੇ ਇਸ ਤੇ ਖਤਮ ਕਰਨਾ ਚਾਹੁੰਦੇ ਆ, ਜੇ ਉਹ ਖਤਮ ਹੀ ਨਹੀਂ ਕਰਨਾ ਚਾਹੁੰਦੇ ਤਾਂ ਫਿਰ ਅਸੀਂ ਕਰ ਸਕਦੇ ਹਾਂ। ਲੇਕਿਨ ਕਿਸਾਨ ਆਗੂ ਵੀ ਵਾਰ-ਵਾਰ ਕਹਿੰਦੇ ਨੇ ਕਿ ਸਰਕਾਰ ਇਹ ਸ਼ਰਤ ਨਾ ਰੱਖੇ ਕਿ ਅਸੀਂ ਰੱਦ ਨਹੀਂ ਕਰਨੇ। ਸਰਕਾਰ ਵੀ ਸ਼ਰਤ ਆਪਣੇ ਵੱਲੋਂ ਕਿਉਂ ਰੱਖ ਰਹੀ ਹੈ? ਨਹੀਂ, ਰੱਦ ਤਾਂ ਇਹ ਏਦਾਂ ਨਹੀਂ ਹੋਣੇ। ਇਹਦੇ 'ਚ ਜੋ ਉਹ ਕਰਨਾ ਚਾਹੁੰਦੇ ਆ, 5 ਮੈਂਬਰ ਦੀ ਕਮੇਟੀ ਬਣਾ ਕੇ ਕਰ ਲੈਣ। ਇਹ ਜਿੱਦ ਕਰਦੇ ਆ ਉਹ, ਹੋਰ ਕੋਈ ਗੱਲ ਨਹੀਂ ਹੈ। ਲੇਕਿਨ 5 ਮੈਂਬਰੀ ਕਮੇਟੀ ਤਾਂ ਉਹ ਵਾਰ-ਵਾਰ ਕਹਿੰਦੇ ਨੇ, ਕਿਉਂਕਿ ਇੰਨੀਆਂ ਜਿਹੜੀਆਂ ਪਾਰਟੀਆਂ ਨੇ ਕਿਸਾਨਾਂ ਦੀਆਂ, ਜਿਹੜੇ ਕਿਸਾਨ ਆਗੂ ਨੇ, ਜਿਹੜੇ ਵੱਖ-ਵੱਖ ਪਾਰਟੀਆਂ ਨੇ, ਉਹਨਾਂ ਦੀਆਂ ਜਥੇਬੰਦੀਆਂ ਨੇ, ਉਹਨਾਂ ਦਾ ਸਾਰਿਆਂ ਦਾ ਹੀ ਸ਼ਾਮਲ ਹੋਣਾ ਜ਼ਰੂਰੀ ਹੁੰਦਾ। ਜਿਵੇਂ ਅੱਜ ਵੀ 32 ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਗੱਲ ਸੁਣ ਲਓ, ਇਹਨਾਂ ਨਾਲ ਤਾਂ ਜਿਵੇਂ ਮਰਜ਼ੀ ਬੈਠ ਲਓ, ਕੋਈ ਸਰਕਾਰ ਥੋੜਾ ਨੇ, ਆਮ ਸਧਾਰਨ ਆਦਮੀ ਨੇ। ਪਰ ਜਿਹੜੀ ਗੱਲ ਸਰਕਾਰ ਨਾਲ ਕਰਨੀ ਹੁੰਦੀ ਆ, ਉਹ 100 ਆਦਮੀ ਬੈਠ ਕੇ ਨਹੀਂ ਕਰਿਆ ਕਰਦੇ। ਉਹ ਤਾਂ 5-4 ਲੋਕਾਂ ਨੂੰ ਇਹ ਚੁਣਨਗੇ। ਜੇ ਉਹ ਵੀ ਨਹੀਂ ਚੁਣ ਸਕਦੇ, ਇੱਕ ਦੂਜੇ ਤੇ ਭਰੋਸਾ ਨਹੀਂ ਕਰ ਸਕਦੇ, ਤੇ ਫਿਰ ਅਸੀਂ ਕੀ ਕਰ ਸਕਦੇ ਹਾਂ? ਹੁਣ ਅਫਸਰਾਂ ਨੇ ਜਿਹੜਾ ਲਗਾਤਾਰ ਬਾਰ-ਬਾਰ ਬੈਠਣਾ ਹੋਵੇ ਤਾਂ ਉਹ ਵੀ 5-4 ਅਫੀਸਰ ਬੈਠਣਗੇ, ਜਿਹੜੇ ਐਗਰੀਕਲਚਰਲ ਸਾਇੰਟਿਸਟ ਹੋਣਗੇ, ਜਿਹੜੇ ਸੂਝਵਾਨ ਲੋਕ ਹੋਣਗੇ, ਇਹਨਾਂ 'ਚ ਵੀ 5-4 ਹੀ ਬੈਠਣਗੇ ਤੇ ਇਹ ਆਪਸ 'ਚ ਮੀਟਿੰਗ ਕਰਕੇ ਤੈਅ ਕਰ ਲੈਣ ਕਿ ਇਹਨਾਂ ਨੇ ਕੀ ਕਰਨਾ ਹੈ। ਲੇਕਿਨ ਚਲੋ ਸਧਾਰਨ ਆਦਮੀ ਨੇ ਗਰੇਵਾਲ ਸਾਹਿਬ, ਲੇਕਿਨ ਅੱਜ ਇਹ ਸਧਾਰਨ ਆਦਮੀ ਸਿਆਸੀ ਆਗੂਆਂ ਤੋਂ ਜਵਾਬ ਤਲਬੀ ਕਰਨ ਦੇ ਲਈ ਬੈਠੇ ਨੇ, ਜਿਹਦੇ 'ਚ ਪੰਜਾਬ ਸਰਕਾਰ ਦੇ ਤਾਂ ਨੁਮਾਇੰਦੇ ਵੀ ਸ਼ਾਮਲ ਹੋ ਰਹੇ ਨੇ, ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਸ਼ਾਮਲ ਹੋ ਰਹੇ ਨੇ। ਕਰਨ ਜੀ, ਉਹ ਜੋ ਮਰਜ਼ੀ ਕਰਨ, ਸਾਨੂੰ ਉਹਨਾਂ ਤੇ ਕੀ ਆ। ਉਹ ਤੀਲਾਂ ਦੀ ਡੱਬੀ ਜੇਬ 'ਚ ਪਾ ਕੇ ਤੁਰੇ ਹੋਏ ਆ ਲਾਉਣ ਨੂੰ ਬੀਜੇਪੀ ਦੇ ਖਿਲਾਫ। ਉਹ ਕਰਨ, ਉਹਨਾਂ ਦੇ ਆਪਣੇ ਰਾਜਸੀ ਇੰਟਰਸਟ ਨੇ। ਇਹ ਰਾਜਨੀਤੀ ਤੋਂ ਪ੍ਰੇਰਿਤ ਹੈ ਇਹ ਕੰਮ ਸਾਰਾ, ਇਹ ਕਿਸਾਨ ਹਿੱਤਾਂ ਤੋਂ ਪ੍ਰੇਰਿਤ ਨਹੀਂ ਹੈ। ਚਲੋ ਠੀਕ ਹੈ ਗਰੇਵਾਲ ਸਾਹਿਬ, ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਤਾਂ ਹਰਜੀਤ ਗਰੇਵਾਲ ਸਾਡੇ ਨਾਲ ਜੁੜੇ, ਕਹਿ ਰਹੇ ਨੇ ਕਿ ਬੀਜੇਪੀ ਦਾ ਤਾਂ ਵਿਰੋਧ ਹੀ ਕੀਤਾ ਜਾ ਰਿਹਾ ਹੈ ਤੇ ਰਾਜਸੀ ਜਿਹੜੇ ਹਿੱਤ ਨੇ ਉਹ ਦੇਖੇ ਜਾ ਰਹੇ ਨੇ ਕਿਸਾਨਾਂ ਦੇ ਵੱਲੋਂ ਵੀ। ਫਿਲਹਾਲ ਕਿਸਾਨ ਆਗੂ ਆਪਣੀ ਮੀਟਿੰਗ ਕਰ ਰਹੇ ਨੇ, ਆਪਣਾ ਜਿਹੜਾ ਮੰਥਨ ਹੈ ਉਹ ਕਰ ਰਹੇ ਨੇ ਸਿਆਸੀ ਨੁਮਾਇੰਦਿਆਂ ਦੇ ਨਾਲ ਗੱਲਬਾਤ ਤੋਂ ਪਹਿਲਾਂ। ਬੀਜੇਪੀ ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਧਿਰਾਂ ਨੂੰ ਸੱਦਾ ਦਿੱਤਾ ਗਿਆ ਹੈ ਤੇ ਸਾਰੀਆਂ ਸਿਆਸੀ ਧਿਰਾਂ ਇਸ ਮੀਟਿੰਗ ਦੇ ਲਈ ਪੇਸ਼ ਹੋਣਗੀਆਂ। ਵੱਖ-ਵੱਖ ਸਮਾਂ ਹਰ ਪਾਰਟੀ ਨੂੰ ਦਿੱਤਾ ਗਿਆ ਹੈ ਤੇ ਸਾਰੇ ਸਿਆਸੀ ਨੁਮਾਇੰਦਿਆਂ ਤੋਂ ਸਵਾਲ ਜਵਾਬ ਕੀਤੇ ਜਾਣਗੇ। ਖੇਤੀ ਕਾਨੂੰਨਾਂ ਨੂੰ ਲੈ ਕੇ ਗੱਲਬਾਤ ਹੋਏਗੀ। ਖੇਤੀ ਕਾਨੂੰਨਾਂ ਤੇ ਕਿਸੇ ਪਾਰਟੀ ਦਾ ਕੀ ਸਟੈਂਡ ਰਿਹਾ ਹੈ, ਕੀ ਕਾਰਗੁਜ਼ਾਰੀ ਰਹੀ ਹੈ, ਉਸ ਨੂੰ ਲੈ ਕੇ ਗੱਲ ਹੋਏਗੀ ਤੇ ਚੋਣ ਪ੍ਰਚਾਰ ਨੂੰ ਲੈ ਕੇ ਗੱਲਬਾਤ ਹੋਏਗੀ। ਕਿਉਂਕਿ ਇਲੈਕਸ਼ਨ ਨੇੜੇ ਨੇ, ਸਾਰੀਆਂ ਪਾਰਟੀਆਂ ਚੋਣ ਪ੍ਰਚਾਰ ਕਰਨਾ ਚਾਹੁੰਦੀਆਂ ਨੇ, ਲੇਕਿਨ ਉਸ ਨੂੰ ਲੈ ਕੇ ਕਿਸਾਨ ਆਗੂ ਵਾਰ-ਵਾਰ ਕਹਿ ਰਹੇ ਨੇ ਕਿ ਜਦ ਤੱਕ ਚੋਣ ਜ਼ਾਬਤਾ ਲਾਗੂ ਨਹੀਂ ਹੁੰਦਾ ਉਦੋਂ ਤੱਕ ਸਿਆਸੀ ਰੈਲੀਆਂ ਨਾ ਕੀਤੀਆਂ ਜਾਣ। ਤਾਂ ਉਸ ਨੂੰ ਲੈ ਕੇ ਵੀ ਅੱਜ ਕੋਈ ਫੈਸਲਾ ਹੋ ਸਕਦਾ ਹੈ।